morning students. Once again, welcome to my YouTube channel. Today I am discuss about to the class 11th accountancy. This is the third part of this lesson. Lesson name is basics terms of accountancy. ਸੈਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਬੱਚਿਆਂ ਨੂੰ ਦੱਸਣਾ ਚਾਹੁੰਦਾ ਵਾਂ ਜਿਹੜੇ ਬੱਚਿਆਂ ਨੇ ਮੇਰੇ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਉਹ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨ। ਇਸ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਉਹਨਾਂ ਨੇ ਮੇਰੀਆਂ ਜਿਹੜੀਆਂ ਦੋ ਪਹਿਲੇ ਪਾਰਟਸ ਨੇ ਇਸ ਵੀਡੀਓ ਦੇ ਰਿਲੇਟਡ ਉਹ ਤੁਸੀਂ ਜ਼ਰੂਰ ਦੇਖੋ। ਮੈਂ ਉਹਨਾਂ ਦਾ ਜਿਹੜਾ ਲਿੰਕ ਆ ਉਹ ਵੀ ਆਪਣੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਪਾ ਦਾਂਗਾ, ਕਿਉਂਕਿ ਜੇਕਰ ਤੁਸੀਂ ਉਹਦੀ ਬੈਟਰ ਅੰਡਰਸਟੈਂਡਿੰਗ ਚਾਹੁੰਦੇ ਹੋ ਅਕਾਊਂਟੈਂਸੀ ਦੀ ਤਾਂ ਤੁਹਾਨੂੰ ਜਿਹੜੀਆਂ ਪ੍ਰੀਵੀਅਸ ਦੋ ਵੀਡੀਓਜ਼ ਨੇ ਉਹ ਪ੍ਰੋਪਰ ਦੇਖਣੀਆਂ ਪੈਣਗੀਆਂ। ਇਹਨੂੰ ਟਿਲ ਐਂਡ ਤੱਕ ਦੇਖਿਆ ਕਰੋ ਅਤੇ ਇਹਦੇ ਨੋਟਸ ਜੇਕਰ ਹੋ ਸਕਦਾ ਤਾਂ ਆਪਣੀ ਲੈਂਗੁਏਜ ਦੇ ਵਿੱਚ ਤੁਸੀਂ ਇਹਦੇ ਵਿੱਚੋਂ ਹਿੰਟ ਚੱਕ ਕੇ ਆਪਣੀ ਲੈਂਗੁਏਜ ਦੇ ਵਿੱਚ ਵੀ ਉਹਨੂੰ ਲਿਖ ਕੇ ਲਰਨ ਜਾਂ ਉਹਨੂੰ ਰਿਵਾਈਜ਼ ਕਰ ਸਕਦੇ ਹੋ। ਸਟਾਰਟ ਕਰਦੇ ਹਾਂ ਸੈਸ਼ਨ ਨੂੰ। ਅਕਾਊਂਟਿੰਗ ਟਰਮੀਨੋਲੋਜੀ ਦੇ ਬਾਰੇ ਅਸੀਂ ਗੱਲ ਕਰ ਚੁੱਕੇ ਸੀਗੇ। ਹੁਣ ਅਸੀਂ ਗੱਲ ਕਰਦੇ ਹਾਂ, ਮੈਂ ਪਹਿਲੇ 10 ਜਿਹੜੇ ਪੁਆਇੰਟ ਸੀ ਉਹਦੇ ਵਿੱਚ ਐਕਸਪਲੇਨ ਕਰ ਚੁੱਕਿਆ ਸੀ। 11th ਪਾਰਟ ਹੈ ਅਕਾਊਂਟ ਇਜ਼ ਅ ਡਾਟਾ ਵਾਈਜ਼ ਸਮਰੀ ਆਫ ਟੂ ਦ ਟ੍ਰਾਂਜੈਕਸ਼ਨ ਰਿਲੇਟਡ ਟੂ ਦੀ। ਹੁਣ ਇਹਦੇ ਵਿੱਚ ਦੇਖਿਆ ਜਾਵੇ ਵੀ ਅਕਾਊਂਟੈਂਸੀ ਕੀ ਹੁੰਦੀ ਹੈ। ਦੀ ਅਕਾਊਂਟ ਇਜ਼ ਅ ਡਾਟਾ ਸਮਰੀ ਆਫ ਟੂ ਦੀ ਟ੍ਰਾਂਜੈਕਸ਼ਨ ਰਿਲੇਟਿੰਗ ਟੂ ਅ ਪਰਸਨ ਦੀ ਪ੍ਰੋਪਰਟੀ ਐਕਸਪੈਂਸ ਐਂਡ ਇਨਕਮਸ। ਵੀ ਅਕਾਊਂਟ ਕੀ ਹੁੰਦਾ ਵਾ, ਇਹਦੇ ਵਿੱਚ ਇੱਕ ਸਮਰੀ ਹੁੰਦੀ ਹੈ ਜਿਹਦੇ ਵਿੱਚ ਅਸੀਂ ਗੱਲ ਕਰਦੇ ਹੁੰਦੇ ਹਾਂ ਐਕਸਪੈਂਸ ਦੀ, ਇਨਕਮਸ ਦੀ, ਵੀ ਜਿਹੜੇ ਸਾਡੇ ਪ੍ਰੋਪਰਟੀ ਦੇ ਨਾਲ ਡੀਲ ਕਰਦੇ ਆ ਅਤੇ ਉਹਦੀ ਪ੍ਰੋਪਰ ਸਮਰੀ ਜਿਹੜੀ ਮੇਨਟੇਨ ਕੀਤੀ ਜਾਂਦੀ ਉਹਨੂੰ ਅਸੀਂ ਕਹਿੰਦੇ ਹਾਂ ਅਕਾਊਂਟਸ ਕਹਿੰਦੇ ਹਾਂ। ਅਕਾਊਂਟ ਦੇ ਵਿੱਚ ਦੋ ਸਾਈਡਸ ਹੁੰਦੀਆਂ ਨੇ। ਲੈਫਟ ਸਾਈਡ ਹੁੰਦੀ ਆ ਜਿਹੜੀ ਲੈਫਟ ਹੈਂਡ ਸਾਈਡ ਹੁੰਦੀ ਆ ਉਹਨੂੰ ਅਸੀਂ ਡੈਬਿਟ ਸਾਈਡ ਕਹਿੰਦੇ ਹੁੰਦੇ ਹਾਂ। ਇਹ ਗੱਲ ਯਾਦ ਰੱਖਣੀ ਆ ਵੀ ਜਿਹੜੇ ਅਕਾਊਂਟ ਦੇ ਵਿੱਚ ਲੈਫਟ ਹੈਂਡ ਸਾਈਡ ਹੁੰਦੀ ਆ ਉਹਨੂੰ ਕੀ ਕਿਹਾ ਜਾਂਦਾ, ਡੈਬਿਟ ਸਾਈਡ ਕਿਹਾ ਜਾਂਦਾ, ਅਤੇ ਜਿਹੜਾ ਉਹਦਾ ਰਾਈਟ ਹੈਂਡ ਸਾਈਡ ਹੁੰਦਾ ਉਹਨੂੰ ਕੀ ਕਿਹਾ ਜਾਂਦਾ, ਕ੍ਰੈਡਿਟ ਸਾਈਡ ਕਿਹਾ ਜਾਂਦਾ ਹੁੰਦਾ। ਪ੍ਰੀਵੀਅਸ ਵੀਡੀਓ ਦੇ ਵਿੱਚ ਅਸੀਂ ਡੈਬਿਟ ਕ੍ਰੈਡਿਟ ਦਾ ਰੂਲ ਪੜ੍ਹਿਆ ਸੀ ਵੀ ਕੀ ਹੁੰਦਾ ਵਾ। ਇਸ ਦੇ ਵਿੱਚ ਦੱਸਿਆ ਯਾਰ ਵੀ ਅਕਾਊਂਟੈਂਸੀ ਦੇ ਵਿੱਚ ਜਿਹੜਾ ਡੈਬਿਟ ਕ੍ਰੈਡਿਟ ਕਿੱਦਾਂ ਹੁੰਦਾ ਵਾ। ਇਸ ਤੋਂ ਇਲਾਵਾ ਜਿਹੜਾ ਮੇਨ ਸਾਡੀ ਅਕਾਊਂਟਿੰਗ ਫੰਡਾਮੈਂਟਲ ਆ ਉਹ ਇਸ ਚੀਜ਼ ਦੇ ਉੱਤੇ ਡਿਪੈਂਡ ਕਰਦਾ ਵਾ ਵੀ ਜਿਹੜੇ ਅਕਾਊਂਟਸ ਹੁੰਦੇ ਉਹ ਕਿੰਨੇ ਤਰ੍ਹਾਂ ਦੇ ਹੁੰਦੇ ਆ। ਅਕਾਊਂਟਸ ਜਿਹੜੇ ਹੁੰਦੇ ਆ ਉਹ ਫਸਟ ਦੋ ਤਰ੍ਹਾਂ ਦੇ ਹੁੰਦੇ, ਇੱਕ ਪਰਸਨਲ ਹੁੰਦਾ ਵਾ, ਇੱਕ ਇੰਪਰਸਨਲ ਹੁੰਦਾ ਵਾ। ਪਰਸਨਲ ਦਾ ਮਤਲਬ ਵੀ ਜਿਹੜਾ ਪਰਸਨ ਜਿਹੜਾ ਕਿ ਹਿਊਮਨ ਬੀਇੰਗਸ ਹੋ ਸਕਦੀਆਂ ਨੇ ਜਾਂ ਲਿਵਿੰਗ ਔਰਗੈਨਿਜ਼ਮ ਜਿਹੜੇ ਹੁੰਦੇ ਆ ਉਹ ਪਰਸਨਲ ਅਕਾਊਂਟ ਦੇ ਵਿੱਚ ਆਉਂਦਾ ਹੈ। ਇੰਪਰਸਨਲ ਜਿਹੜੇ ਕਿ ਨਾਨ ਲਿਵਿੰਗ ਥਿੰਗਸ ਹੁੰਦੀਆਂ ਨੇ ਉਹਨਾਂ ਲਈ ਜਿਹੜੇ ਅਕਾਊਂਟਸ ਓਪਨ ਹੁੰਦੇ ਆ। ਪਰਸਨਲ ਅਕਾਊਂਟ ਦੇ ਵਿੱਚ ਕਿਹੜਾ ਆ ਸਕਦਾ, ਇੰਡੀਵਿਜੂਅਲ ਦਾ ਅਕਾਊਂਟ ਆ ਸਕਦਾ, ਇਕੱਲੇ ਬੰਦੇ ਦਾ ਆ ਸਕਦਾ, ਜਿਹੜਾ ਇਕੱਲਾ ਬੰਦਾ ਆਪਣਾ ਅਕਾਊਂਟ ਓਪਨ ਕਰ ਲਵੇ। ਆਰਟੀਫਿਸ਼ੀਅਲ ਆ ਸਕਦਾ। ਆਰਟੀਫਿਸ਼ੀਅਲ ਦਾ ਮਤਲਬ ਵੀ ਜਿਵੇਂ ਕੰਪਨੀ ਦਾ ਨੇਮ ਆ ਗਿਆ, ਠੀਕ ਆ, ਜਾਂ ਸ਼ੌਪਸ ਦਾ ਨੇਮ ਆ ਗਿਆ, ਠੀਕ ਹੈ ਜੀ। ਤਾਂ ਉਹਨਾਂ ਦੇ ਜਿਹੜੇ ਨੇਮਸ ਹੁੰਦੇ ਆ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ, ਆਰਟੀਫਿਸ਼ੀਅਲ ਪਰਸਨਲ ਅਕਾਊਂਟ ਕਹਿੰਦੇ ਆ। ਫਿਰ ਆ ਜਾਂਦਾ ਰਿਪਰੈਜ਼ੈਂਟੇਟਿਵ ਦਾ, ਜਿਵੇਂ ਤੁਸੀਂ ਦੇਖਿਆ ਹੋਊਗਾ ਵੀ ਜਿਹੜੇ ਬੱਚੇ 18 ਈਅਰਸ ਤੋਂ ਘੱਟ ਹੁੰਦੇ ਆ ਤਾਂ ਉਹਨਾਂ ਦਾ ਜਿਹੜਾ ਅਕਾਊਂਟ ਓਪਨ ਹੁੰਦਾ ਉਹਨਾਂ ਦੇ ਪੇਰੈਂਟਸ ਦੇ ਨਾਲ ਅਕਾਊਂਟ ਹੁੰਦਾ ਜਿਹਨੂੰ ਅਸੀਂ ਜੁਆਇੰਟ ਅਕਾਊਂਟ ਕਹਿੰਦੇ ਆ। ਉਹਦੇ ਵਿੱਚ ਕੀ ਹੁੰਦਾ, ਉਹ ਰਿਪਰੈਜ਼ੈਂਟੇਟਿਵ ਹੁੰਦੇ ਆ, ਯਾਨੀ ਕਿ ਉਹਨਾਂ ਦੇ ਪੇਰੈਂਟਸ ਉਸ ਬੱਚੇ ਨੂੰ ਰਿਪਰੈਜ਼ੈਂਟ ਕਰ ਦਿੰਦੇ ਆ ਵੀ ਇਹ ਬੱਚਾ ਸਾਡਾ ਵਾ, ਅਤੇ ਜਿਹੜਾ ਉਹਦੇ ਵਿੱਚ ਜਿਹੜੇ ਵੀ ਪੈਸੇ ਆਉਣਗੇ ਤਾਂ ਉਹ ਪੇਰੈਂਟਸ ਅਤੇ ਉਹ ਬੱਚੇ ਦੇ ਰਿਲੇਟਡ ਦੇ ਨਾਲ ਹੀ ਹੁੰਦੇ ਆ। ਨੈਕਸਟ ਹੈਗਾ ਇੰਪਰਸਨਲ ਅਕਾਊਂਟ। ਮੈਂ ਤੁਹਾਨੂੰ ਦੱਸਿਆ ਜਿਹੜੇ ਨਾਨ ਲਿਵਿੰਗ ਥਿੰਗਸ ਹੁੰਦੇ ਆ ਉਹਨਾਂ ਲਈ ਯੂਜ਼ ਕੀਤਾ ਜਾਂਦਾ। ਫਸਟ ਹੈਗਾ ਰੀਅਲ ਅਕਾਊਂਟ। ਇਹ ਬਹੁਤ ਜ਼ਿਆਦਾ ਇੰਪੋਰਟੈਂਟ ਅਕਾਊਂਟ ਆ। ਇਹ ਅਕਾਊਂਟ ਕਿਹੜਾ ਹੁੰਦਾ ਵਾ ਜਿਹਦੇ ਵਿੱਚ ਅਸੀਂ ਸਿਰਫ ਕੈਸ਼ ਦੇ ਨਾਲ ਡੀਲਿੰਗ ਕੀਤੀ ਜਾਂਦੀ। ਰੀਅਲ ਦਾ ਮਤਲਬ ਹੁੰਦਾ ਅਸਲ ਦੇ ਵਿੱਚ। ਕੋਈ ਵੀ ਅਸੀਂ ਜਿਹੜੀਆਂ ਨਾਨ ਕੈਸ਼ ਆਈਟਮਸ ਨੇ ਜਾਂ ਨਾਨ ਕੈਸ਼ ਜਿਹੜੀਆਂ ਟ੍ਰਾਂਜੈਕਸ਼ਨਾਂ ਕਰਦੇ ਉਹ ਇਨਕਲੂਡ ਨਹੀਂ ਹੁੰਦੀਆਂ। ਨਾਨ ਕੈਸ਼ ਟ੍ਰਾਂਜੈਕਸ਼ਨ ਕਿਹੜੀਆਂ ਹੁੰਦੀਆਂ ਨੇ ਵੀ ਜਿਵੇਂ ਕਿ ਉਧਾਰ ਦੇ ਉੱਤੇ ਲੈ ਲੈਣਾ ਜਾਂ ਉਹਨੂੰ ਕਹਿ ਲੈਣਾ ਵੀ ਮੇਰੀ ਆਹ ਚੀਜ਼ ਦੇ ਬਦਲੇ ਦੂਜੀ ਚੀਜ਼ ਲੈ ਲਓ, ਤਾਂ ਉਹ ਚੀਜ਼ਾਂ ਇਹਦੇ ਵਿੱਚ ਇਗਨੋਰ ਕੀਤੀਆਂ ਜਾਂਦੀਆਂ ਨੇ। ਤਾਂ ਇਹ ਜਿਹੜੀਆਂ ਹੁੰਦੀਆਂ ਨੇ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ ਰੀਅਲ ਦੇ ਵਿੱਚ। ਇੱਕ ਹੁੰਦੀਆਂ ਨੇ ਟੈਂਜੀਬਲ ਅਤੇ ਇੱਕ ਹੁੰਦੀ ਆ ਇੰਟੈਂਜੀਬਲ। ਟੈਂਜੀਬਲਸ ਜਿਹੜੀਆਂ ਹੋਣਗੀਆਂ ਉਹ ਰੀਅਲ ਟ੍ਰਾਂਜੈਕਸ਼ਨ ਜਿਹਦੇ ਵਿੱਚ ਕੀ ਹੋਏਗਾ, ਕੈਸ਼ ਇਨਵੋਲਵ ਹੋਏਗਾ ਅਤੇ ਜਿਹੜੀ ਵੀ ਚੀਜ਼ ਸਾਨੂੰ ਉਹਦੇ ਬਦਲੇ ਮਿਲੇਗੀ ਉਹ ਕੀ ਹੋਏਗੀ, ਉਹਨੂੰ ਅਸੀਂ ਟੱਚ ਕਰ ਸਕਦੇ ਹਾਂ। ਇੰਟੈਂਜੀਬਲ ਹੈ ਉਹ ਹੁੰਦੀਆਂ ਨੇ ਜਿਹੜੀਆਂ ਦਿਖਦੀਆਂ ਨਹੀਂ ਹੁੰਦੀਆਂ ਪਰ ਅਸੀਂ ਉਹਨੂੰ ਫਿਰ ਵੀ ਪੈਸੇ ਦੇ ਕੇ ਉਹਨੂੰ ਚੀਜ਼ਾਂ ਲੈਂਦੇ ਹਾਂ। ਲਾਈਕ ਸਰਵਿਸਿਜ਼, ਜਿਵੇਂ ਕਿ ਸਾਨੂੰ ਮੋਬਾਈਲ ਸਰਵਿਸ ਵਾਲੇ ਦਿੰਦੇ ਆ, ਕਸਟਮਰ ਕੇਅਰ ਵਾਲੇ ਦਿੰਦੇ ਆ, ਤਾਂ ਇਹ ਜਿਹੜੀਆਂ ਆਉਂਦੀਆਂ ਨੇ ਰੀਅਲ ਅਕਾਊਂਟ ਦੇ ਵਿੱਚ ਆਉਂਦੀਆਂ ਨੇ। ਨੈਕਸਟ ਹੈਗਾ ਨੋਮੀਨਲ ਅਕਾਊਂਟ। ਨੋਮੀਨਲ ਅਕਾਊਂਟ ਕਿਹੜਾ ਹੁੰਦਾ ਵਾ, ਉਹ ਅਕਾਊਂਟ ਜਿਹਦੇ ਵਿੱਚ ਅਸੀਂ ਸਿਰਫ ਉਹ ਚੀਜ਼ਾਂ ਨੂੰ ਲੈਂਦੇ ਹਾਂ ਵੀ ਜਿਹਦੇ ਵਿੱਚ ਕੋਈ ਪਰਸਨ ਨਹੀਂ ਆਏਗਾ, ਬਟ ਇਹਦੇ ਵਿੱਚ ਕੀ ਹੁੰਦਾ ਸਾਡੇ ਇਨਕਮ ਐਕਸਪੈਂਸਿਸ ਆ ਜਾਂਦੇ ਆ। ਹੁਣ ਇਹਦੇ ਵਿੱਚ ਅਸੀਂ ਕੀ ਆ ਵੀ ਜਿਹੜੀਆਂ ਕ੍ਰੈਡਿਟ ਦੇ ਉੱਤੇ ਯਾਨੀ ਕਿ ਉਧਾਰ ਦੇ ਉੱਤੇ ਵੀ ਚੀਜ਼ਾਂ ਲੈਂਦੇ ਦਿੰਦੇ ਹਾਂ ਜਾਂ ਬੱਟਾ ਸੱਟਾ ਲਾਉਂਦੇ ਹਾਂ, ਉਹ ਵੀ ਇਹਦੇ ਵਿੱਚ ਇਨਕਲੂਡ ਕੀਤੇ ਜਾਂਦੇ। ਇਹਦੇ ਵਿੱਚ ਕਿਹੜੀਆਂ ਚੀਜ਼ਾਂ ਆਉਂਦੀਆਂ ਨੇ ਦੇਖਦੇ ਹਾਂ। ਇਨਕਮ ਆਉਂਦੀ ਹੈ ਜਿਹੜੀ ਸਾਡੀ ਆਮਦਨ, ਐਕਸਪੈਂਡੀਚਰ ਜਿਹੜਾ ਸਾਡਾ ਖਰਚਾ, ਪ੍ਰੋਫਿਟ ਜਿਹੜਾ ਸਾਨੂੰ ਲਾਭ ਹੋਇਆ ਹੋਊਗਾ, ਅਤੇ ਜਿਹੜਾ ਲੋਸ ਜਿਹੜਾ ਸਾਨੂੰ ਘਾਟਾ ਪਿਆ ਹੋਊਗਾ। ਅਤੇ ਇਸ ਤੋਂ ਬਾਅਦ ਕੀ ਹੁੰਦਾ ਵਾ ਵੈਲਿਊਏਸ਼ਨ, ਇਹਨਾਂ ਦੀ ਸਾਰਿਆਂ ਦੀ ਵੈਲਿਊਏਸ਼ਨ ਕੀਤੀ ਜਾਂਦੀ ਆ। ਆਈ ਹੋਪ ਤੁਹਾਨੂੰ ਅਕਾਊਂਟਸ ਦਾ ਜਿਹੜਾ ਕੰਸੈਪਟ ਆ ਉਹ ਕਲੀਅਰ ਹੋ ਗਿਆ ਹੋਊਗਾ। ਨੈਕਸਟ ਹੈ ਸਾਡੇ ਕੋਲ ਅਕਾਊਂਟਿੰਗ ਟਰਮੀਨੋਲੋਜੀ ਦੇ ਵਿੱਚ ਸੈਕਿੰਡ ਪਾਰਟ ਹੈਗਾ ਲਾਇਬਿਲਿਟੀਜ਼ ਕੀ ਹੁੰਦੀਆਂ ਨੇ। ਇਟ ਰੈਫਰਸ ਟੂ ਦੀ ਐਨ ਅਮਾਊਂਟ ਵਿਚ ਇਜ਼ ਓਨਿੰਗ ਬਾਈ ਟੂ ਦੀ ਵਨ ਪਰਸਨਸ ਟੂ ਦੀ ਅਨਦਰ
ਪੇਏਬਲ ਮਨੀ, ਵੀ ਜਿਹੜੀ ਸਾਡੀ ਜਿਹੜੀ ਅਕਾਊਂਟੈਂਸੀ ਦੇ ਵਿੱਚ ਕੀ ਹੁੰਦਾ ਵਾ, ਅਕਾਊਂਟੈਂਸੀ ਦਾ ਉਹ ਅਮਾਊਂਟ ਹੁੰਦੀ ਹੈ ਜਿਹੜਾ ਅਸੀਂ ਔਨ ਕਰਦੇ ਹਾਂ ਇੱਕ ਬੰਦਾ ਦੂਜੇ ਪਰਸਨ ਤੋਂ, ਅਤੇ ਉਹ ਅਮਾਊਂਟ ਉਹ ਪੇਏਬਲ ਕਰਦਾ, ਯਾਨੀ ਕਿ ਉਹਨੂੰ ਪੈਸੇ ਦੇਣੇ ਪੈਂਦੇ ਆ ਗੁਡਸ ਅਤੇ ਸਰਵਿਸਿਜ਼ ਦੇ, ਆਊਟ ਆਫ ਦੀ ਪ੍ਰੋਪਰਟੀ ਆਫ ਟੂ ਦੀ ਬਿਜ਼ਨਸ ਫਾਈਨੈਂਸ ਰਾਈਜ਼ਿੰਗ ਫਰੋਮ ਟੂ ਦੀ ਰਿਸੋਰਸ ਅਦਰ ਦੈਨ ਟੂ ਦੀ ਓਨਰ ਇਜ਼ ਕਾਲਡ ਲਾਈਬਿਲਿਟੀ। ਉਹ ਪੈਸਾ ਜਿਹੜਾ ਕਿ ਅਸੀਂ ਬਿਜ਼ਨਸ ਦੇ ਵਿੱਚੋਂ ਨਾ ਲਾ ਕੇ ਜਾਂ ਬਿਜ਼ਨਸ ਦੀ ਪ੍ਰੋਪਰਟੀਆਂ ਵਿੱਚੋਂ ਨਾ ਲਾ ਕੇ ਬਾਹਰਲੇ ਰਿਸੋਰਸਾਂ ਤੋਂ ਪੈਸੇ ਇਕੱਠਾ ਕਰਦੇ ਹਾਂ, ਉਹਨੂੰ ਅਸੀਂ ਕਹਿੰਦੇ ਹਾਂ ਲਾਈਬਿਲਿਟੀ ਕਿਹਾ ਜਾਂਦਾ, ਯਾਨੀ ਕਿ ਦੇਣਦਾਰੀਆਂ। ਇਹਦਾ ਮਤਲਬ ਪੰਜਾਬੀ 'ਚ ਹੁੰਦਾ ਦੇਣਦਾਰੀਆਂ, ਵੀ ਅਸੀਂ ਵੀ ਆਪਣਾ ਪੈਸਾ ਨਾ ਲਾ ਕੇ ਬਾਹਰੋਂ ਕਿਸੇ ਤੋਂ ਉਧਾਰ ਲੈ ਕੇ ਉਹ ਚੀਜ਼ਾਂ ਕਰੀਏ। ਨੈਕਸਟ ਹੈਗਾ ਸਾਡਾ ਵੀ ਲਾਈਬਿਲਿਟੀਜ਼ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ। ਹੁਣ ਇਹਦੇ ਬਾਰੇ ਅਸੀਂ ਗੱਲ ਕਰਾਂਗੇ ਵੀ ਲਾਈਬਿਲਿਟੀਜ਼ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ। ਲਾਈਬਿਲਿਟੀਜ਼ ਜਿਹੜੀਆਂ ਹੁੰਦੀਆਂ ਨੇ ਜਿਹੜੀਆਂ ਲਾਈਬਿਲਿਟੀਜ਼ ਹੁੰਦੀਆਂ ਨੇ ਉਹ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ, ਇਹਦੇ ਬਾਰੇ ਅਸੀਂ ਗੱਲ ਕਰਾਂਗੇ। ਲਾਈਬਿਲਿਟੀਜ਼ ਜਿਹੜੀਆਂ ਹੁੰਦੀਆਂ ਨੇ ਉਹ ਦੋ ਤਰ੍ਹਾਂ ਦੀਆਂ ਹੁੰਦੀਆਂ ਨੇ, ਇੱਕ ਹੁੰਦੀਆਂ ਨੇ ਇੰਟਰਨਲ ਲਾਈਬਿਲਿਟੀਜ਼, ਇੱਕ ਹੁੰਦੀਆਂ ਐਕਸਟਰਨਲ ਲਾਈਬਿਲਿਟੀ। ਇੰਟਰਨਲ ਲਾਈਬਿਲਿਟੀਜ਼ ਨੂੰ ਅਸੀਂ ਕੈਪੀਟਲ ਜਾਂ ਓਨਰਸ ਇਕੁਇਟੀ ਕਹਿੰਦੇ ਹਾਂ। ਇਹਦੇ ਬਾਰੇ ਤੁਹਾਨੂੰ ਮੈਂ ਦੱਸ ਚੁੱਕਿਆ ਹਾਂ ਵੀ ਜਿਹੜਾ ਬੰਦਾ ਆਪ ਪੈਸਾ ਲਾਵੇ ਜਾਂ ਉਹ ਪੈਸਾ ਆਪ ਨਹੀਂ ਲਾ ਸਕਦਾ ਤਾਂ ਕੀ ਉਹ ਆਪਣੀ ਕੰਪਨੀ ਦਾ ਸ਼ੇਅਰ ਇਸ਼ੂ ਕਰਦਾ ਹੈ, ਯਾਨੀ ਕਿ ਉਹ ਆਪਣੀ ਓਨਰਸ਼ਿਪ ਕੀ ਹੈ ਸੇਲ ਆਊਟ ਕਰਨ ਲੈ ਜਾਂਦਾ ਦੂਜੇ ਲੋਕਾਂ ਤੋਂ, ਅਤੇ ਉੱਥੇ ਪੈਸਾ ਲੈ ਕੇ ਆਉਂਦਾ, ਤਾਂ ਉਹਨੂੰ ਅਸੀਂ ਕਹਿੰਦੇ ਹਾਂ ਇੰਟਰਨਲ ਲਾਈਬਿਲਿਟੀ। ਵੀ ਹੁਣ ਉਹ ਬੰਦੇ ਵੀ ਜਿਹੜਾ ਸਾਡਾ ਖਰਚਾ ਹੋਊਗਾ ਉਹ ਬਿਜ਼ਨਸ ਦੇ ਵਿੱਚ ਇਨਕਲੂਡ ਹੋ ਜਾਣਗੇ, ਯਾਨੀ ਕਿ ਉਹ ਖਰਚਾ ਵੀ ਜਿਹੜੇ ਬੰਦੇ ਸ਼ੇਅਰ ਖਰੀਦਣਗੇ ਉਹ ਵੀ ਪੇ ਕਰਨਗੇ। ਨੈਕਸਟ ਹੈਗਾ ਐਕਸਟਰਨਲ ਲਾਈਬਿਲਿਟੀਜ਼। ਉਹ ਲਾਈਬਿਲਿਟੀਆਂ ਜਿਹੜੀਆਂ ਕਿ ਸਾਡੇ ਬਿਜ਼ਨਸ ਤੋਂ ਬਾਹਰ ਹੁੰਦੀਆਂ, ਜਿਵੇਂ ਲੋਨ ਲੈ ਲੈਣਾ ਕਿਸ ਤੋਂ ਜਾਂ ਕਿਸੇ ਤੋਂ ਹੋਰ ਤੋਂ ਉਧਾਰ ਲੈ ਲੈਣਾ, ਤਾਂ ਇਹ ਵਾਲੀਆਂ ਲਾਈਬਿਲਿਟੀਜ਼। ਇਹਦੇ ਵਿੱਚ ਦੋ ਤਰ੍ਹਾਂ ਦੀਆਂ ਫੇਰ ਲਾਈਬਿਲਿਟੀਜ਼ ਬਣਦੀਆਂ ਨੇ, ਇੱਕ ਹੁੰਦੀਆਂ ਨੇ ਫਿਕਸਡ ਯਾਨੀ ਕਿ ਲੰਬੇ ਸਮੇਂ ਤੱਕ ਚੱਲਣ ਵਾਲੀਆਂ ਲਾਈਬਿਲਿਟੀਜ਼, ਇੱਕ ਹੁੰਦੀਆਂ ਨੇ ਕਰੰਟ ਯਾਨੀ ਕਿ ਸ਼ਾਰਟ ਟਰਮ, ਸਿਰਫ ਥੋੜ੍ਹੇ ਸਮੇਂ ਦੀ ਬਾਅਦ ਅਸੀਂ ਉਹਨੂੰ ਪੈਸੇ ਪੇ ਬੈਕ ਕਰ ਦਿੰਦੇ ਹਾਂ। ਜਿਹੜੀਆਂ ਸ਼ਾਰਟ ਟਰਮ ਹੁੰਦੀਆਂ ਨੇ ਉਹਦੇ ਵਿੱਚ ਵੀ ਉਹਨੂੰ ਫਰਦਰ ਦੋ ਡਿਵਾਈਡਸ ਕੀਤੇ ਗਏ ਨੇ, ਇੱਕ ਡੈਫਰਡ ਲਾਈਬਿਲਿਟੀਜ਼, ਇੱਕ ਹੁੰਦੀਆਂ ਨੇ ਲਿਕੁਇਡ ਜਾਂ ਕੁਇਕ ਲਾਈਬਿਲਿਟੀਜ਼। ਜਿਹੜੀਆਂ ਡੈਫਰਡ ਲਾਈਬਿਲਿਟੀਜ਼ ਹੁੰਦੀਆਂ ਨੇ ਉਹ ਲਾਈਬਿਲਿਟੀਜ਼ ਹੁੰਦੀਆਂ ਨੇ ਜਿਹੜੀਆਂ ਕਿ ਕੁਝ ਸਮੇਂ ਬਾਅਦ ਜਾਂ ਸਾਨੂੰ ਅਚਨਚੇਤ ਹੀ ਉਹਦੇ ਪੈਸੇ ਪੇਮੈਂਟ ਕਰਨੇ ਪੈ ਜਾਂਦੇ ਆ, ਜਿਵੇਂ ਕਿ ਵੀ ਅਸੀਂ ਕਿਸੇ ਤੋਂ ਉਧਾਰ ਪੈਸੇ ਲਏ, ਉਹਨੇ ਸਾਨੂੰ ਕਿਹਾ ਵੀ ਤੂੰ 4 ਮਹੀਨੇ ਬਾਅਦ ਦੇ ਦੀ, 4 ਮਹੀਨੇ ਵਾਲੀ ਆ, ਤਾਂ ਇਸ ਦਾ ਮਤਲਬ ਕੀ ਹੈ ਉਹ ਕਰੰਟ ਲਾਈਬਿਲਿਟੀ ਹੈ, ਕਿਉਂਕਿ ਅਸੀਂ ਗੱਲ ਕੀਤੀ ਸੀ ਵੀ ਜਿਹੜੀਆਂ ਕਰੰਟ ਲਾਈਬਿਲਿਟੀ ਦੇ ਕਰੰਟ ਐਸਟ ਹੁੰਦੇ ਨੇ ਜਿਹੜੇ ਕਿ 1 ਸਾਲ ਦੇ ਵਿੱਚ ਅਸੀਂ ਪੈਸੇ ਪੇ ਕਰਨੇ ਹੁੰਦੇ ਆ ਜਾਂ 1 ਸਾਲ ਦੇ ਵਿੱਚ ਸਾਨੂੰ ਪੈਸੇ ਮਿਲ ਜਾਣੇ ਹੁੰਦੇ ਆ, ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕਰੰਟ ਲਾਈਬਿਲਿਟੀ ਜਾਂ ਐਸਟ ਕਹਿੰਦੇ ਹਾਂ। ਡੈਫਰਡ ਪੇਮੈਂਟਸ ਦਾ ਉਹ ਹੁੰਦਾ ਵੀ ਉਹਨੇ ਮੈਨੂੰ 4 ਮੰਥ ਦਿੱਤੇ ਵੀ ਤੁਸੀਂ ਲੋਨ ਪੇ ਕਰਨਾ ਵਾ, ਅਤੇ ਮੈਂ ਕੀ ਕੀਤਾ, ਮੈਨੂੰ ਮੇਰੇ ਕੋਲ ਪੈਸੇ ਸੀਗੇ ਅਤੇ ਉਹ ਬੰਦੇ ਨੂੰ ਕੀ ਆ ਜ਼ਰੂਰਤ ਪੈ ਗਈ 4 ਮਹੀਨੇ ਤੋਂ ਪਹਿਲਾਂ, ਅਤੇ ਮੈਨੂੰ ਕਹਿੰਦਾ ਵੀ ਹੁਣੀ ਪੇਮੈਂਟ ਦੇ ਸਡਨਲੀ, ਤਾਂ ਉਹ ਜਿਹੜੀ ਪੇਮੈਂਟ ਹੁੰਦੀ ਆ ਉਹਨੂੰ ਅਸੀਂ ਕਹਿੰਦੇ ਹਾਂ ਡੈਫਰਡ ਲਾਈਬਿਲਿਟੀਜ਼ ਕਹਿ ਦਿੰਦੇ ਹਾਂ। ਲਿਕੁਇਡ ਲਾਈਬਿਲਿਟੀਜ਼ ਕਿਹੜੀਆਂ ਹੁੰਦੀਆਂ ਨੇ ਜਾਂ ਕੁਇਕ ਲਾਈਬਿਲਿਟੀਜ਼ ਕਿਹੜੀਆਂ ਹੁੰਦੀਆਂ ਨੇ, ਉਹ ਲਾਈਬਿਲਿਟੀਆਂ ਜਿਹੜੀਆਂ ਕਿ ਨਾਲ ਦੀ ਨਾਲ ਹੀ ਪੇ ਕਰਨੀਆਂ ਹੁੰਦੀਆਂ ਨੇ, ਵੀ ਜਿਵੇਂ ਕਿ ਉਹ ਸਿਰਫ ਥੋੜ੍ਹੇ ਜਿਹੇ ਹੀ ਟਾਈਮ ਜਾਂ ਵਿਦਇਨ ਮੰਥਸ ਦੇ ਵਿੱਚ ਹੋ ਸਕਦੀ ਹੈ, ਡੇਜ਼ ਦੇ ਵਿੱਚ ਹੋ ਸਕਦੀ ਹੈ, ਤਾਂ ਉਹ ਵਾਲੀ ਜਿਹੜੀ ਪੇਮੈਂਟ ਕਰਦੇ ਉਹਨੂੰ ਅਸੀਂ ਕਹਿੰਦੇ ਹਾਂ ਲਿਕੁਇਡ ਜਾਂ ਕੁਇਕ ਲਾਈਬਿਲਿਟੀਜ਼। ਨੈਕਸਟ ਸਾਡੇ ਕੋਲ ਹੈਗਾ ਟਰਮਨੋਲੋਜੀ ਦੇ ਵਿੱਚ ਐਸਟਸ। ਐਸਟਸ ਕੀ ਹੁੰਦੀਆਂ ਨੇ ਇਹਦੇ ਬਾਰੇ ਅਸੀਂ ਗੱਲ ਕਰੀਏ ਵੀ ਐਸਟਸ ਕੀ ਹੁੰਦੀਆਂ ਨੇ। ਐਨ ਓਨਰਸ physical objects and right having to the money value. Assets are the economic resource which are the honored by a business or expecting to the benefit of to the future। ਵੀ ਜਿਹੜਾ ਐਸਟਸ ਕੀ ਹੁੰਦੀਆਂ ਨੇ ਉਹ ਚੀਜ਼ਾਂ ਹੁੰਦੀਆਂ ਜਿਹੜੀ ਕਿ ਫਿਜ਼ੀਕਲ ਐਸਟ, ਜਾਣੀ ਕਿ ਇੱਕ ਫਿਜ਼ੀਕਲ ਜਿਹੜਾ ਓਨਰ ਹੁੰਦਾ ਵਾ ਉਹਦਾ ਇੱਕ ਪੂਰਾ ਅਧਿਕਾਰ ਹੁੰਦਾ ਆਪਣੀ ਚੀਜ਼ ਦੇ ਉੱਤੇ, ਅਤੇ ਉਹਨੂੰ ਅਸੀਂ ਕੀ ਆ ਉਹਨੂੰ ਵੇਚ ਕੇ ਉਹਨੂੰ ਜਾਂ ਮਨੀ ਦੇ ਵਿੱਚ ਉਹਦੀ ਵੈਲਿਊ ਮੇਜਰ ਕੀਤੀ ਜਾ ਸਕਦੀ ਹੁੰਦੀ ਆ। ਅਤੇ ਇਹ ਜਿਹੜੇ ਰਿਸੋਰਸ ਹੁੰਦੇ ਆ ਇਹ ਸਾਡੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰਦੇ ਆ, ਬਿਜ਼ਨਸ ਦੇ ਵਿੱਚ ਪ੍ਰੋਫਿਟ ਵਧਾਉਣ ਦੇ ਲਈ ਵੀ ਯੂਜ਼ ਕੀਤੇ ਜਾਂਦੇ ਆ। ਹੁਣ ਇਹਦੇ ਵਿੱਚ ਐਗਜ਼ਾਮਪਲਸ ਨੇ ਜਿਵੇਂ ਕੈਸ਼, ਸਾਡੇ ਕੋਲ ਕੈਸ਼ ਪਿਆ ਹੋ ਸਕਦਾ, ਡੈਬਿਟਰ ਜਿਨ੍ਹਾਂ ਤੋਂ ਪੈਸੇ ਲੈਣੇ ਆ, ਦੈਨ ਸਟਾਕ ਆਫ ਦੀ ਗੁੱਡਸ ਵੀ ਸਾਡੇ ਕੋਲ ਚੀਜ਼ਾਂ ਦਾ ਸਟਾਕ ਪਿਆ, ਲੈਂਡ ਐਂਡ ਬਿਲਡਿੰਗ ਜਗ੍ਹਾ 'ਤੇ ਬਿਲਡਿੰਗ ਆ, ਅਤੇ ਇਹ ਸਾਰੀਆਂ ਐਗਜ਼ਾਮਪਲਸ ਨੇ ਕਿਹਦੀਆਂ ਸਾਡੀਆਂ ਐਸਟਸ ਦੀਆਂ। ਤਾਂ ਹੁਣ ਇਹਦੀ ਐਸਟਸ ਦੀਆਂ ਜਿਹੜੀਆਂ ਟਾਈਪਸ ਹੁੰਦੀਆਂ ਨੇ ਉਹਦੇ ਬਾਰੇ ਗੱਲ ਕਰਦੇ ਹਾਂ ਵੀ ਐਸਟਸ ਦੀਆਂ ਟਾਈਪਸ ਕਿੰਨੇ ਤਰ੍ਹਾਂ ਦੀਆਂ ਹੁੰਦੀਆਂ ਨੇ। ਐਸਟ ਜਿਹੜੀਆਂ ਹੁੰਦੀਆਂ ਨੇ ਉਹ ਇਹਨਾਂ ਨੇ 3 ਤਰੀਕੇ ਦੀਆਂ ਵੰਡੀਆਂ ਨੇ, ਇੱਕ ਕਨਵਰਟੇਬਿਲਿਟੀਜ਼, ਇੱਕ ਫਿਜ਼ੀਕਲ ਐਗਜ਼ਿਸਟੈਂਸ, ਇੱਕ ਹੁੰਦੀ ਹੈ ਯੂਜੂਅਲ। ਤਾਂ ਹੁਣ ਗੱਲ ਕਰਦੇ ਹਾਂ ਇੱਕ ਦੀ। ਕਨਵਰਟੇਬਲ ਵੀ ਜਿਹੜੇ ਈਜ਼ੀਲੀ ਕਨਵਰਟ ਕੀਤੀਆਂ ਜਾ ਸਕਦੀਆਂ ਨੇ ਕੈਸ਼ ਫਾਰਮ ਦੇ ਵਿੱਚ, ਜਾਂ ਤੁਸੀਂ ਕਹਿ ਦਿਓ ਵੀ ਉਹਨਾਂ ਨੂੰ ਕੈਸ਼ ਤੋਂ ਅਸੀਂ ਈਜ਼ੀਲੀ ਐਸਟ ਦੇ ਵਿੱਚ ਕਨਵਰਟ ਕਰ ਸਕਦੇ ਹਾਂ, ਤਾਂ ਉਹਨੂੰ ਕਨਵਰਟੇਬਲ ਐਸਟਸ ਕਿਹਾ ਜਾਂਦਾ। ਜਿਵੇਂ ਕਰੰਟ ਐਸਟਸ ਹੋ ਗਈਆਂ, ਕਰੰਟ ਐਸਟ ਅਸੀਂ ਗੱਲ ਕੀਤੀ 1 ਸਾਲ ਦੇ ਵਿੱਚ ਜਿਹੜੀ ਪੇਮੈਂਟ ਕੀਤੀ ਜਾਂਦੀ ਹੈ, ਤੁਸੀਂ ਅੱਜ ਪੇਮੈਂਟ ਦਿਓ ਤਾਂ ਕਾਰ ਲੈ ਜਾਓ। ਅਤੇ ਜਿਵੇਂ ਕਿ ਇਹ ਚੀਜ਼ ਕੀ ਆ ਕਰੰਟ ਐਸਟ ਅਤੇ ਫਿਕਸ ਐਸਟ ਉਹ ਵਾਲੀਆਂ ਜਿਹੜੀਆਂ ਕਿ ਜਲਦੀ ਹੀ ਕੈਸ਼ ਤੋਂ ਅਸੀਂ ਐਸਟ ਦੇ ਵਿੱਚ ਕਨਵਰਟ ਕਰ ਸਕਦੇ ਹਾਂ, ਜਾਂ ਐਸਟ ਤੋਂ ਜਲਦੀ ਹੀ ਕੈਸ਼ ਦੇ ਵਿੱਚ ਕਨਵਰਟ ਕਰ ਸਕਦੇ ਹਾਂ, ਤਾਂ ਉਹਨੂੰ ਅਸੀਂ ਕਹਿੰਦੇ ਹਾਂ ਕਨਵਰਟੇਬਿਲਿਟੀ ਐਸਟਸ ਕਿਹਾ ਜਾਂਦਾ ਵਾ। ਨੈਕਸਟ ਹੈਗਾ ਵਾ ਫਿਜ਼ੀਕਲ ਐਗਜ਼ਿਸਟੈਂਸ, ਉਹ ਚੀਜ਼ਾਂ ਜਿਹੜੀਆਂ ਕਿ ਫਿਜ਼ੀਕਲੀ ਐਗਜ਼ਿਸਟ ਕਰਦੀਆਂ ਨੇ। ਇਹਨਾਂ 2 ਪਾਰਟਸ ਦੇ ਵਿੱਚ ਵੰਡਿਆ ਗਿਆ, ਟੈਂਜੀਬਲ ਐਂਡ ਇਨਟੈਂਜੀਬਲ ਐਸਟਸ। ਟੈਂਜੀਬਲ ਐਸਟਸ ਉਹ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਟੱਚ ਕਰਕੇ ਦੇਖ ਸਕਦੇ ਹਾਂ, ਜਿਵੇਂ ਲੈਂਡ, ਬਿਲਡਿੰਗਸ, ਮਸ਼ੀਨਰੀਜ਼, ਠੀਕ ਆ। ਇਹ ਸਾਰੀਆਂ ਚੀਜ਼ਾਂ ਕੀ ਹੁੰਦੀਆਂ ਨੇ ਸਾਡੀਆਂ
ਟੈਂਜੀਬਲ ਐਸੈਟਸ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਛੂ ਕੇ ਅਤੇ ਉਹਨਾਂ ਨੂੰ ਮਹਿਸੂਸ ਵੀ ਕਰ ਸਕਦੇ ਹਾਂ ਅਤੇ ਉਹਨੂੰ ਦੇਖਿਆ ਵੀ ਜਾ ਸਕਦਾ। ਇੰਟੈਂਜੀਬਲ ਐਸੈਟਸ ਉਹ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਦੇਖ ਨਹੀਂ ਸਕਦੇ ਪਰ ਉਹ ਫਿਰ ਵੀ ਸਾਡੀ ਸੰਪੱਤੀ ਬਣਦੀਆਂ ਨੇ। ਫੋਰ ਐਗਜ਼ਾਮਪਲ ਜਿਹੜੇ ਮੈਂ ਤੁਹਾਨੂੰ ਦੱਸਿਆ ਸੀ ਲਾਸਟ ਟਰਮ ਦੇ ਵਿੱਚ ਗੁੱਡਵਿਲ, ਠੀਕ ਹੈ ਜੀ। ਗੁੱਡਵਿਲ ਦਾ ਮੀਨਿੰਗ ਹੁੰਦਾ ਰੈਪੂਟੇਸ਼ਨ ਆਫ ਟੂ ਦੀ ਫਰਮ, ਵੀ ਇੱਕ ਫਰਮ ਦੀ ਕਿਸੇ ਦੀ ਵੀ ਰੈਪੂਟੇਸ਼ਨ ਨੂੰ ਅਸੀਂ ਕਹਿੰਦੇ ਹਾਂ ਗੁੱਡਵਿਲ ਕਹਿ ਦਿੰਦੇ ਹਾਂ। ਜਿਵੇਂ ਕਿ ਜੋ ਤੁਸੀਂ ਕਦੀ ਧਿਆਨ ਦਿੱਤਾ ਹੋਵੇ, ਜੋ ਕੋਈ ਵੀ ਸ਼ਾਪ ਸੇਲ ਆਊਟ ਹੁੰਦੀ ਹੈ ਜਾਂ ਕੋਈ ਵੀ ਬਿਜ਼ਨਸ ਸੇਲ ਆਊਟ ਹੁੰਦਾ, ਜੇਕਰ ਉਹ ਬੰਦਾ ਉਹਨੂੰ ਪਰਚੇਜ਼ ਕਰ ਲੈਂਦਾ ਤਾਂ ਉਸ ਸ਼ਾਪ ਦਾ ਨੇਮ ਚੇਂਜ ਹੋ ਜਾਂਦਾ ਹੁੰਦਾ। ਜੇ ਤੁਸੀਂ ਧਿਆਨ ਰੱਖੋ ਤਾਂ ਦੇਖਿਆ ਜਾਵੇ ਵੀ ਜੇਕਰ ਉਹ ਇਸ ਸ਼ਾਪ ਨੂੰ ਸੇਲ ਕਰਦਾ ਤਾਂ ਉਹ ਉਹਦਾ ਨਾਮ ਨਹੀਂ ਸੇਲ ਕਰਦਾ ਹੈਗਾ, ਜਾਣੀ ਕਿ ਉਹ ਸ਼ਾਪ ਜਿਹੜੀ ਆ ਉਹ ਜਿਹੜਾ ਨਵਾਂ ਬੰਦਾ ਹਾਇਰ ਕਰੇਗਾ ਤਾਂ ਉਹ ਆਪਣਾ ਨਾਮ ਦੇ ਕੇ ਉਹ ਸ਼ਾਪ ਦੇ ਉੱਤੇ ਵਰਕ ਸਟਾਰਟ ਕਰਦਾ ਵਾ। ਬਟ ਜੇਕਰ ਉਹ ਬੰਦਾ ਉਸ ਚੀਜ਼ ਦਾ ਵੀ ਨਾਮ ਲੈਣਾ ਚਾਹੁੰਦਾ, ਜਿਵੇਂ ਕਿ ਉਹ ਬੰਦੇ ਦਾ ਨਾਮ ਸੀਗਾ ਮੰਨ ਲਓ ਸਿੰਘਸ ਇਲੈਕਟ੍ਰੋਨਿਕਸ, ਤਾਂ ਉਹ ਸਿੰਘਸ ਇਲੈਕਟ੍ਰੋਨਿਕਸ ਦਾ ਨਾਮ ਵੀ ਉਹਨੂੰ ਜੇ ਚਾਹੀਦਾ ਵਾ ਉਸ ਆਪਣੀ ਸ਼ਾਪ ਦੇ ਲਈ ਤਾਂ ਉਹਨੂੰ ਐਕਸਟਰਾ ਪੈਸੇ ਪੇ ਕਰਨੇ ਪੈਂਦੇ ਆ। ਤਾਂ ਇਹ ਐਕਸਟਰਾ ਪੈਸੇ ਨੂੰ ਕੀ ਕਿਹਾ ਜਾ ਸਕਦਾ ਵਾ, ਇੰਟੈਂਜੀਬਲ ਐਸੈਟਸ ਕਿਹਾ ਜਾ ਸਕਦਾ ਵਾ। ਤਾਂ ਇਸ ਚੀਜ਼ ਨੂੰ ਅਸੀਂ ਕੀ ਕਹਿੰਦੇ ਹਾਂ, ਇੰਟੈਂਜੀਬਲ ਐਸੈਟ ਵੀ, ਜਾਣੀ ਕਿ ਕਿਸੇ ਪਰਸਨ ਦਾ ਨਾਮ ਲੈ ਲੈਣਾ। ਜਾਂ ਤੁਸੀਂ ਦੇਖਿਆ ਹੋਵੇ ਬੁੱਕਸ, ਜੋ ਤੁਸੀਂ ਕਦੀ ਓਪਨ ਕੀਤੀਆਂ ਬੁੱਕਸ ਦਾ ਫਸਟ ਪੇਜ ਹੁੰਦਾ ਉਹਦੇ 'ਤੇ ਲਿਖਿਆ ਹੁੰਦਾ ਕਾਪੀਰਾਈਟ। ਤਾਂ ਇਹ ਕਾਪੀਰਾਈਟ ਵੀ ਕੀ ਆ, ਇੱਕ ਇੰਟੈਂਜੀਬਲ ਐਸੈਟ ਆ। ਜਿਹੜਾ ਵੀ ਬੰਦੇ ਨੇ ਉਹਦੇ 'ਤੇ ਕਾਪੀਰਾਈਟ ਲਗਾਤਾ ਤਾਂ ਉਹ ਤੋਂ ਬਿਨਾਂ ਅਸੀਂ ਉਹਨੂੰ ਕੋਈ ਵੀ ਬੰਦਾ ਯੂਜ਼ ਨਹੀਂ ਕਰ ਸਕਦਾ। ਇਸੇ ਤਰੀਕੇ ਨਾਲ ਜਿਹੜਾ ਤੁਸੀਂ ਯੂਟਿਊਬ ਦੇ ਉੱਤੇ ਵੀ ਹੁੰਦਾ ਵਾ, ਯੂਟਿਊਬ ਦਾ ਜਿਹੜਾ ਕੰਟੈਂਟ ਹੁੰਦਾ ਉਹ ਕੋਈ ਵੀ ਪਰਸਨ ਇੱਕ ਦੂਸਰੇ ਦੀ ਵੀਡੀਓ ਨੂੰ ਸ਼ੇਅਰ ਨਹੀਂ ਕਰ ਸਕਦਾ ਜਾਂ ਉਹਦੇ ਵਿੱਚ ਇੱਕ ਜਣੇ ਦੀ ਵੀਡੀਓ ਚੱਕ ਕੇ ਆਪਣੇ ਚੈਨਲ 'ਤੇ ਨਹੀਂ ਪਾ ਸਕਦਾ। ਤਾਂ ਉਹ ਸਾਰੀਆਂ ਕੀ ਨੇ, ਇੰਟੈਂਜੀਬਲ ਐਸੈਟਸ ਨੇ। ਯੂਜੂਅਲ ਜਿਹੜੀਆਂ ਹੁੰਦੀਆਂ ਨੇ ਜਿਵੇਂ ਆਪਰੇਟਿੰਗ ਐਸੈਟਸ, ਉਹ ਐਸੈਟ ਜਿਹੜੀਆਂ ਕਿ ਅਸੀਂ ਡੇਲੀ ਕੰਮ ਕਰਨ ਦੇ ਲਈ ਯੂਜ਼ ਕਰਦੇ ਹਾਂ, ਜਿਵੇਂ ਮਸ਼ੀਨਰੀ ਹੋ ਗਈ, ਕਾਰ ਹੋ ਗਈ, ਟਰੱਕਸ ਹੋ ਗਏ, ਤਾਂ ਉਹਨੂੰ ਅਸੀਂ ਆਪਰੇਸ਼ਨਲ ਐਸੈਟਸ ਕਹਿ ਦਿੰਦੇ ਹਾਂ। ਨਾਨ ਆਪਰੇਟਿੰਗ ਐਸੈਟਸ ਉਹ ਐਸੈਟ ਜਿਨ੍ਹਾਂ ਨੂੰ ਅਸੀਂ ਜ਼ਿਆਦਾ ਆਪਰੇਸ਼ਨ ਦੇ ਵਿੱਚ ਨਹੀਂ ਲੈ ਕੇ ਆਉਂਦੇ ਅਤੇ ਇਹਨਾਂ ਦੀ ਯੂਜ਼ ਸਿਰਫ ਸਾਨੂੰ ਕੀ ਪੈਂਦੀ ਆ ਵੀ ਜਦੋਂ ਅਸੀਂ ਕੋਈ ਚੀਜ਼ ਖਰੀਦਣੀ ਜਾਂ ਵੇਚਣੀ ਹੋਵੇ ਉਹਦੇ ਲਈ ਹੀ ਯੂਜ਼ ਕਰਨੀ ਪੈਂਦੀ ਹੈ। ਆਈ ਹੋਪ ਤੁਹਾਨੂੰ ਇਹ ਕਲੀਅਰ ਹੋਇਆ ਹੋਵੇਗਾ। ਨੈਕਸਟ ਵੱਲ ਚੱਲਦੇ ਹਾਂ, ਅਕਾਊਂਟਿੰਗ ਟਰਮੀਨੋਲੋਜੀ ਦੇ ਵਿੱਚ ਫਸਟ ਹੈਗਾ ਵਾ ਰਿਸਿਪਟ ਦੀ ਆ। ਇਹਨੂੰ ਸਟਾਰਟ ਕਰਦੇ ਹਾਂ। A business enterprises may have to be a financial inflow into the business of to the different resources. These resources are recurring and non-recurring. ਵੀ ਰਿਸਿਪਟ ਕੀ ਹੁੰਦੀ ਆ, ਉਹ ਚੀਜ਼ ਫਾਈਨੈਂਸ਼ੀਅਲ ਜਿਹੜਾ ਸਾਡਾ ਪੈਸਾ ਆਉਣਾ ਬਿਜ਼ਨਸ ਦੇ ਵਿੱਚ ਆਉਣਾ ਡਿਫਰੈਂਟ ਰਿਸੋਰਸਿਸ ਦੇ ਵਿੱਚੋਂ, ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ, ਰਿਸਿਪਟ ਕਹਿ ਦਿੰਦੇ ਹਾਂ। ਇਹ ਰਿਸਿਪਟ ਦੋ ਤਰ੍ਹਾਂ ਦੀ ਹੁੰਦੀ ਹੈ। ਕੈਪੀਟਲ ਰਿਸਿਪਟ ਜਿਹੜਾ ਲੰਬੇ ਸਮੇਂ ਤੱਕ ਸਾਨੂੰ ਪੈਸਾ ਆਉਣਾ ਹੋਵੇ ਕਿਸੇ ਚੀਜ਼ ਤੋਂ, ਜਾਣੀ ਕਿ ਮੋਰ ਦੈਨ 1 ਈਅਰਸ ਤੋਂ ਜਿੱਥੇ ਪੈਸਾ ਆਉਣਾ ਹੋਵੇ ਉਹਨੂੰ ਕੈਪੀਟਲ ਰਿਸਿਪਟ ਕਿਹਾ ਜਾਂਦਾ। ਰੈਵਨਿਊ ਰਿਸਿਪਟ ਜਿਹੜੇ ਕਿ ਥੋੜ੍ਹੇ ਸਮੇਂ ਦੇ ਲਈ ਹੀ ਆਉਣਾ ਹੋਵੇ, ਬਾਅਦ ਵਿੱਚ ਉੱਥੋਂ ਦੁਬਾਰਾ ਇਨਕਮ ਜਨਰੇਟ ਹੀ ਨਾ ਹੋਣੀ ਹੋਵੇ, ਉਹਨੂੰ ਅਸੀਂ ਕਹਿੰਦੇ ਹਾਂ ਰੈਵਨਿਊ ਰਿਸਿਪਟ ਕਹਿ ਦਿੰਦੇ ਹਾਂ। ਨੈਕਸਟ ਹੈਗਾ ਸਾਡਾ ਐਕਸਪੈਂਡੀਚਰ ਕੀ ਹੁੰਦਾ ਵਾ, ਇਜ਼ ਦਾ ਅਮਾਊਂਟ ਇਨਕਰਡ of to their recurring or non-recurring business transactions. Any payment made of to their receipt of to their profit is called expenditure ਕੀ ਹੁੰਦਾ ਵਾ, ਉਹ ਚੀਜ਼ਾਂ ਜਿਹੜੀਆਂ ਵੀ ਅਸੀਂ ਕੋਈ ਵੀ ਅਜਿਹਾ ਖਰਚਾ ਜਨਰੇਟ ਕਰੀਏ ਜਾਂ ਅਜਿਹਾ ਖਰਚਾ ਸਾਡੇ ਸਾਹਮਣੇ ਆ ਜਾਵੇ ਜਿਹਨੂੰ ਅਸੀਂ ਕਰਨ ਦੇ ਨਾਲ ਸਾਡਾ ਕੀ ਆ, ਪ੍ਰੋਫਿਟ ਜਿਹੜਾ ਵਾ ਸਾਡਾ ਉਹ ਇਨਕਰੀਜ਼ ਹੋ ਜਾਵੇ, ਤਾਂ ਉਹਨੂੰ ਅਸੀਂ ਕਹਿੰਦੇ ਹਾਂ ਐਕਸਪੈਂਡੀਚਰ ਕਹਿ ਦਿੰਦੇ ਹਾਂ। ਐਕਸਪੈਂਡੀਚਰ ਕਿੰਨੇ ਤਰ੍ਹਾਂ ਦੇ ਹੁੰਦੇ ਆ, ਐਕਸਪੈਂਡੀਚਰ ਹੁੰਦਾ ਇੱਕ ਕੈਪੀਟਲ ਐਕਸਪੈਂਡੀਚਰ ਜਿਹੜਾ ਲੰਬੇ ਸਮੇਂ ਤੱਕ ਅਸੀਂ ਖਰਚਾ ਕਰੀ ਜਾਈਏ ਅਤੇ ਲੰਬੇ ਸਮੇਂ ਦੇ ਪ੍ਰੋਫਿਟ ਬਾਰੇ ਸੋਚਦੇ ਹਾਂ। ਨੈਕਸਟ ਹੈਗਾ ਵਾ ਰੈਵਨਿਊ ਐਕਸਪੈਂਡੀਚਰ, ਜਿਹੜਾ ਸਿਰਫ ਹੁਣੇ ਕਰਨ ਦੇ ਨਾਲ ਸਾਡੀ ਜਿਹੜੀ ਇਨਕਮ ਆ ਜਾਂ ਪ੍ਰੋਫਿਟ ਆ ਉਹ ਵੱਧ ਜਾਂਦੇ ਨੇ। ਡੈਫਰਡ ਰੈਵਨਿਊ ਐਕਸਪੈਂਡੀਚਰ, ਉਹ ਰੈਵਨਿਊ ਜਿਹੜਾ ਕਿ ਉਹ ਖਰਚਾ ਜਿਹੜਾ ਕਿ ਸਾਡਾ ਅਚਨਚੇਤੀ ਅਰਾਈਜ਼ ਹੋ ਜਾਵੇ ਅਤੇ ਉਹਨੂੰ ਅਸੀਂ ਪੇ ਕਰਨਾ ਹੋਵੇ, ਤਾਂ ਉਹਨੂੰ ਅਸੀਂ ਕਹਿੰਦੇ ਹਾਂ ਡੈਫਰਡ ਰੈਵਨਿਊ ਐਕਸਪੈਂਡੀਚਰ ਕਹਿ ਦਿੰਦੇ ਹਾਂ। ਨੈਕਸਟ ਹੈ ਸਾਡਾ ਅਕਾਊਂਟਿੰਗ ਟਰਮੀਨੋਲੋਜੀ ਦੇ ਵਿੱਚ ਐਕਸਪੈਂਸ ਕੀ ਹੁੰਦੇ ਆ, ਖਰਚਾ। ਵੀ expense is that portion of to the expenditure which has been to be consumed during to the current accounting period to earn their revenue। ਵੀ ਜਿਹੜਾ ਸਾਡਾ ਅਕਾਊਂਟਿੰਗ ਪੀਰੀਅਡ ਦੇ ਵਿੱਚ ਜਿਹੜੀ ਅਸੀਂ ਕੋਈ ਵੀ ਖਰਚਾ ਇਨਕਲੂਡ ਕਰਦੇ ਹਾਂ ਤਾਂ ਜੋ ਅਸੀਂ ਕੀ ਆ ਕੋਈ ਵੀ ਇਨਕਮ ਨੂੰ ਅਰਨ ਕਰ ਸਕੀਏ ਜਾਂ ਕੋਈ ਵੀ ਰੈਵਨਿਊ ਬਣਾ ਸਕੀਏ, ਤਾਂ ਉਹਨੂੰ ਅਸੀਂ ਕਹਿੰਦੇ ਹਾਂ ਐਕਸਪੈਂਡੀਚਰ ਕਹਿੰਦੇ ਹਾਂ ਜਾਂ ਖਰਚਾ ਕਹਿ ਦਿੰਦੇ ਹਾਂ। ਐਕਸਪੈਂਸ are to the cost of goods and services used up and is called to the expired cost। ਵੀ ਜਿਵੇਂ ਕੋਈ ਚੀਜ਼ ਨੂੰ ਬਣਾਉਣ ਦਾ ਜਿਹਨੂੰ ਕਿਹਾ ਜਾਂਦਾ ਕਾਸਟ ਆਫ ਗੁੱਡਸ, ਵੀ ਜਿਹੜਾ ਖਰਚਾ ਸਾਨੂੰ ਕਿਸੇ ਚੀਜ਼ ਨੂੰ ਬਣਾਉਣ ਦੇ ਉੱਤੇ ਆਉਂਦਾ ਵਾ, ਜਿਹੜਾ ਉਹ ਸਾਰੇ ਖਰਚੇ ਨੂੰ ਅਸੀਂ ਯੂਜ਼ ਕਰ ਲੈਂਦੇ ਹਾਂ ਤਾਂ ਉਹਨੂੰ ਕੀ ਕਿਹਾ ਜਾਂਦਾ, ਐਕਸਪਾਇਰਡ ਕਾਸਟ ਕਿਹਾ ਜਾਂਦਾ ਵਾ। ਨੈਕਸਟ ਸਾਡੀ ਹੈਗੀ ਆ ਇਨਕਮ ਕੀ ਹੁੰਦੀ ਆ, ਇਨਕਮ ਇਜ਼ ਸਿੰਪਲੀ the event at result of to the money flows into the business। ਕਹਿੰਦੇ ਵੀ ਇਨਕਮ ਕੀ ਹੁੰਦਾ ਵਾ, ਕੋਈ ਅਜਿਹਾ
ਅਜਿਹੀ ਮਨੀ ਜਿਹੜੀ ਸਾਡੇ ਬਿਜ਼ਨਸ ਦੇ ਵਿੱਚ ਨਾਲ ਦੀ ਨਾਲ ਆਉਣੀ ਸ਼ੁਰੂ ਹੋ ਜਾਵੇ ਤਾਂ ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ, ਇਨਕਮ ਕਹਿ ਦਿੰਦੇ ਹਾਂ। ਫੋਰ ਐਗਜ਼ਾਮਪਲ ਜਿਵੇਂ ਸੇਲ ਆਫ ਗੁੱਡਸ, ਚੀਜ਼ਾਂ ਨੂੰ ਵੇਚਣਾ, ਇੰਟਰਸਟ ਰਿਸੀਵਡ ਔਰ ਰੈਂਟ ਰਿਸੀਵਡ, ਕਿਤੋਂ ਸਾਨੂੰ ਰੈਂਟ ਰਿਸੀਵ ਹੋ ਜਾਣਾ, ਜਿਵੇਂ ਸਾਡੀ FD ਕਰਾਈ ਹੋਵੇ, ਫਿਕਸਡ ਡਿਪੋਜ਼ਿਟ ਕਰਾਇਆ ਉਹਦੇ ਤੋਂ ਇੰਟਰਸਟ ਮਿਲ ਜਾਣਾ, ਜਾਂ ਸਾਨੂੰ ਰੈਂਟ ਕਿਸੇ ਤੋਂ ਰਿਸੀਵ ਹੋ ਜਾਣਾ ਜੋ ਅਸੀਂ ਕਿਰਾਏ 'ਤੇ ਚੜ੍ਹਾਇਆ ਹੋਇਆ, ਤਾਂ ਉਹ ਸਾਰੇ ਕੀ ਆ ਸਾਡੀ ਇਨਕਮ ਦੇ ਵਿੱਚ ਆ ਜਾਂਦੀਆਂ ਨੇ। ਨੈਕਸਟ ਹੈਗਾ ਸਾਡਾ ਪ੍ਰੋਫਿਟ। Profit is the financial benefit that realized when to the amount of to the revenue gained from to the business activity exceed to the expense and cost needed to the sustenance the activities। ਵੀ ਜਿਹੜਾ ਸਾਡਾ ਪ੍ਰੋਫਿਟ ਹੁੰਦਾ ਉਹ ਕੀ ਹੁੰਦਾ ਵਾ? ਪ੍ਰੋਫਿਟ ਸਾਡਾ ਜਿਹੜਾ ਤੁਹਾਨੂੰ ਆਹ ਲਾਸਟ ਦੇ ਵਿੱਚ ਦਿੱਤਾ ਹੈ, ਪ੍ਰੋਫਿਟ ਇਜ਼ ਇਕੁਅਲ ਟੂ ਟੋਟਲ ਰੈਵਨਿਊ ਮਾਈਨਸ ਟੋਟਲ ਐਕਸਪੈਂਡੀਚਰ। ਇਹ ਸਭ ਤੋਂ ਈਜ਼ੀ ਆ ਵੀ ਪ੍ਰੋਫਿਟ ਕੀ ਹੁੰਦਾ, ਜਦੋਂ ਅਸੀਂ ਜਿੰਨੀ ਸਾਡੀ ਟੋਟਲ ਆਮਦਨ ਆਈ ਆ ਉਹਦੇ ਵਿੱਚੋਂ ਖਰਚਾ ਘਟਾ ਦਈਏ ਤਾਂ ਜਿਹੜੀ ਚੀਜ਼ ਬਚੀ ਉਹ ਸਾਡਾ ਪ੍ਰੋਫਿਟ ਆ ਜਾਂਦਾ ਵਾ। ਤਾਂ ਇਸ ਨਾਲ ਜਿਹੜਾ ਪ੍ਰੋਫਿਟ ਹੁੰਦਾ ਉਹ ਇੱਕ ਬਿਜ਼ਨਸ ਨੂੰ ਚਲਾਉਣ ਅਤੇ ਉਹਨੂੰ ਵਧੀਆ ਢੰਗ ਦੇ ਨਾਲ ਆਪਰੇਟ ਕਰਨ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਵਾ। ਨੈਕਸਟ ਹੈ ਸਾਡਾ ਗੇਨ। ਗੇਨ ਕੀ ਹੁੰਦਾ ਵਾ? ਗੇਨ it is a profit of to the irregular nature resulting from to the transactions of a event incidentally to the business such of to the sale of fixed asset and investment। ਕੋਈ ਵੀ ਲੰਬੇ ਸਮੇਂ ਦੀਆਂ ਜਿਹੜੀਆਂ ਸੰਪਤੀਆਂ ਹੁੰਦੀਆਂ ਨੇ ਜਦੋਂ ਅਸੀਂ ਇਹਨੂੰ ਸੋਲ ਆਊਟ ਕਰ ਦਿੰਦੇ ਹਾਂ ਅਤੇ ਉਹਦੇ ਲਈ ਜਿਹੜਾ ਸਾਨੂੰ ਪ੍ਰੋਫਿਟ ਅਰਾਈਜ਼ ਹੋ ਜਾਂਦਾ ਵਾ ਤਾਂ ਉਹਨੂੰ ਅਸੀਂ ਕਹਿੰਦੇ ਹਾਂ ਗੇਨ ਕਹਿੰਦੇ ਹਾਂ। ਇਹ ਐਵੇਂ ਨਹੀਂ ਹੁੰਦਾ ਵੀ ਰੈਗੂਲਰ ਬਿਜ਼ਨਸ ਦੇ ਵਿੱਚ ਹੀ ਹੁੰਦਾ ਵਾ, ਇਹ ਕਦੀ ਕਵਾਰ ਹੁੰਦਾ ਜਦੋਂ ਅਸੀਂ ਕੋਈ ਵੀ ਆਪਣੀ ਸੰਪੱਤੀ ਨੂੰ ਸੇਲ ਆਊਟ ਕਰਦੇ ਹਾਂ। ਨੈਕਸਟ ਹੈਗਾ ਸਾਡਾ ਲੋਸ। ਲੋਸ ਕੀ ਹੁੰਦਾ ਵਾ? ਲੋਸ ਇਜ਼ ਦੀ ਅਨਵਾਂਟਡ ਬਰਡਨ ਔਨ ਟੂ ਦੀ ਬਿਜ਼ਨਸ ਵਿਚ ਡਜ਼ ਨਾਟ ਟੂ ਬੀ ਜਨਰੇਟ ਐਨੀ ਰੈਵਨਿਊ ਫਰੋਮ ਟੂ ਦੀ ਬਿਜ਼ਨਸ। ਇਟ ਮੇ ਬੀ ਕਲਾਸੀਫਾਈਡ ਐਜ਼ ਦੀ ਨਾਰਮਲ ਲੋਸ ਔਰ ਐਬਨੋਰਮਲ ਲੋਸ। ਲੋਸ ਕੀ ਹੁੰਦਾ ਵਾ? ਵੀ ਕੁਛ ਅਜਿਹਾ ਅਨਵਾਂਟਡ ਬਰਡਨ ਵੀ ਜਿਹੜਾ ਸਾਡੇ ਅਸੀਂ ਚਾਹੁੰਦੇ ਨਹੀਂ ਹੁੰਦੇ ਪਰ ਸਾਡੇ ਬਿਜ਼ਨਸ ਦੇ ਉੱਤੇ ਇੱਕ ਤਰ੍ਹਾਂ ਦਾ ਘਾਟਾ ਪੈ ਜਾਵੇ ਜਾਂ ਸਾਡੇ ਬਿਜ਼ਨਸ ਦੇ ਉੱਤੇ ਜ਼ਿਆਦਾ ਪ੍ਰੈਸ਼ਰ ਅਰਾਈਜ਼ ਹੋ ਜਾਵੇ ਤਾਂ ਉਹਨੂੰ ਅਸੀਂ ਕੀ ਕਹਿੰਦੇ ਹਾਂ? ਲੋਸ ਕਹਿ ਦਿੰਦੇ ਹਾਂ। ਇਹ ਕੀ ਹੁੰਦਾ? ਇਹ ਸਾਡੀ ਕੋਈ ਵੀ ਇਨਕਮ ਨਹੀਂ, ਕੋਈ ਵੀ ਰੈਵਨਿਊ ਜਾਂ ਤੁਸੀਂ ਕਹਿ ਦਿਓ ਕੋਈ ਵੀ ਆਮਦਨ ਜਨਰੇਟ ਨਹੀਂ ਕਰਦਾ ਬਿਜ਼ਨਸ ਦੇ ਵਿੱਚ। ਇਹ ਕਲਾਸੀਫਾਈਡ ਕੀਤਾ ਹੋਇਆ ਵਾ ਨਾਰਮਲ ਲੋਸ। ਨਾਰਮਲ ਲੋਸ ਜਿਹੜਾ ਰੈਗੂਲਰ ਹੋਈ ਜਾਂਦਾ ਹੁੰਦਾ। ਐਬਨੋਰਮਲ ਲੋਸ ਜਿਹੜਾ ਕਿ ਸਾਨੂੰ ਅਚਨਚੇਤ ਹੋ ਜਾਵੇ, ਜਿਵੇਂ ਸਾਡੀ ਟਰੱਕ ਪਲਟ ਜਾਵੇ, ਚੀਜ਼ਾਂ ਦਾ ਆ ਰਿਹਾ ਸੀਗਾ ਜਾਂ ਸਾਡੀਆਂ ਚੀਜ਼ਾਂ ਕੀ ਹੋਣ ਖਰਾਬ ਹੋ ਜਾਣ ਤਾਂ ਐਬਨੋਰਮਲ ਲੋਸ ਆ, ਜਾਂ ਹੜ੍ਹ ਆ ਜਾਵੇ ਤਾਂ ਇਹ ਸਾਰੀਆਂ ਚੀਜ਼ਾਂ ਕੀ ਨੇ? ਐਬਨੋਰਮਲ ਲੋਸ ਨੇ। ਨਾਰਮਲ ਲੋਸ ਜਿਹੜਾ ਕਿ ਰੈਗੂਲਰ ਹੁੰਦੇ ਹੀ ਰਹਿੰਦੇ ਆ ਵੀ ਜਿਵੇਂ ਬਿਜ਼ਨਸ ਦੇ ਵਿੱਚ ਕੀ ਆ ਵੀ ਨਵਾਂ ਮੇਰਾ ਕੰਪੀਟੀਟਰ ਆ ਗਿਆ ਤਾਂ ਉਹਦੀ ਚੀਜ਼ਾਂ ਜ਼ਿਆਦਾ ਵਿਕਣ ਲੱਗ ਗਈਆਂ, ਮੇਰੀਆਂ ਘਟ ਗਈਆਂ, ਤਾਂ ਇਹ ਨਾਰਮਲ ਲੋਸਿਸ ਦੇ ਵਿੱਚ ਕਾਊਂਟ ਹੁੰਦਾ ਵਾ। ਨੈਕਸਟ ਹੈਗਾ ਸਾਡਾ ਸਟਾਕ। ਸਟਾਕ ਕੀ ਹੁੰਦਾ? ਦੀ ਗੁੱਡਸ ਲੈਫਟ ਅਨਸੋਲਡ ਐਟ ਟੂ ਦੀ ਐਂਡ ਆਫ ਟੂ ਦੀ ਅਕਾਊਂਟਿੰਗ ਪੀਰੀਅਡ ਇਜ਼ ਕਾਲਡ ਕਲੋਜ਼ਿੰਗ ਸਟਾਕ। ਕਲੋਜ਼ਿੰਗ ਸਟਾਕ ਕੀ ਹੁੰਦਾ ਵਾ? ਵੀ ਜਿਹੜਾ ਸਾਲ ਦੇ ਅਖੀਰ ਦੇ ਵਿੱਚ ਜਿਹੜੀ ਸਾਡੀ ਚੀਜ਼ਾਂ ਬਚੀਆਂ ਰਹਿ ਜਾਂਦੀਆਂ ਨੇ, ਜਿਹੜੀਆਂ ਸੇਲ ਨਹੀਂ ਹੋ ਪਾਉਂਦੀਆਂ, ਤਾਂ ਉਹਨੂੰ ਅਸੀਂ ਕਹਿ ਦਿੰਦੇ ਹਾਂ ਕਲੋਜ਼ਿੰਗ ਸਟਾਕ ਕਹਿ ਦਿੰਦੇ ਹਾਂ। ਕਲੋਜ਼ਿੰਗ ਸਟਾਕ ਇਜ਼ ਦੀ ਅਕਾਊਂਟਿੰਗ ਪੀਰੀਅਡ ਵਿਲ ਬੀ ਬਿਕਮਿੰਗ ਟੂ ਦੀ ਓਪਨਿੰਗ ਸਟਾਕ ਆਫ ਦੀ ਨੈਕਸਟ ਈਅਰ। ਜਿਵੇਂ ਕਿ ਮੇਰਾ ਇਸ ਸਾਲ ਦੇ ਅਖੀਰ ਦੇ ਵਿੱਚ ਜਿਹੜਾ ਮੇਰੇ ਕੋਲ ਕਿਤਾਬਾਂ ਦਾ ਸਟਾਕ ਬਚ ਗਿਆ ਅਤੇ ਜਦੋਂ ਮੈਂ ਅਗਲਾ ਸਾਲ ਸ਼ੁਰੂ ਕਰੂੰਗਾ, ਜਾਣੀ ਕਿ ਮੈਂ 1 ਅਪ੍ਰੈਲ ਨੂੰ ਜਦੋਂ ਨਵਾਂ ਸੈਸ਼ਨ ਸ਼ੁਰੂ ਕਰੂੰਗਾ ਤਾਂ ਇਹਦੇ ਵਿੱਚ ਜਾਣੀ ਕਿ ਫਾਈਨੈਂਸ਼ੀਅਲ ਮੈਂ ਤੁਹਾਨੂੰ ਦੱਸਦਾ ਸੀ ਨਾ ਜੀ, ਕੈਲੰਡਰ ਈਅਰ ਹੁੰਦਾ, ਇੱਕ ਫਾਈਨੈਂਸ਼ੀਅਲ ਈਅਰ ਹੁੰਦਾ। ਅਸੀਂ ਜਿਹੜਾ ਅਕਾਊਂਟ ਵਾਲੇ ਨੇ ਅਸੀਂ ਫਾਈਨੈਂਸ਼ੀਅਲ ਈਅਰ ਨੂੰ ਫੋਲੋ ਕਰਦੇ ਹਾਂ ਅਤੇ ਜਿਹੜਾ ਨੈਕਸਟ ਈਅਰ ਹੋਏਗਾ ਸਾਡਾ ਜਾਣੀ ਕਿ 1 ਅਪ੍ਰੈਲ ਤੋਂ ਸ਼ੁਰੂ ਹੋਏਗਾ ਤਾਂ ਮੇਰਾ ਜਿਹੜਾ ਕਲੋਜ਼ਿੰਗ ਸਟਾਕ ਜਿਹੜਾ ਪਿਛਲੇ ਸਾਲ ਬਚਿਆ ਉਹ ਇਸ ਸਾਲ ਦਾ ਕੀ ਬਣ ਜਾਏਗਾ? ਓਪਨਿੰਗ ਸਟਾਕ, ਜਾਣੀ ਕਿ ਨਵਾਂ ਸਟਾਕ ਬਣ ਜਾਏਗਾ। ਸਭ ਤੋਂ ਪਹਿਲਾਂ ਮੈਂ ਓਪਨਿੰਗ ਸਟਾਕ ਹੀ ਕੱਢਾਂਗਾ। ਨੈਕਸਟ ਸਾਡਾ ਪਰਚੇਜ਼। ਪਰਚੇਜ਼ ਕੀ ਹੁੰਦੀ ਆ? ਪਰਚੇਜ਼ ਆਫ ਅ ਰॉ ਮਟੀਰੀਅਲ ਆਫ ਦੀ ਪ੍ਰੋਡਕਟ ਔਰ ਦੀ ਪਰਚੇਜ਼ ਆਫ ਫਿਨਿਸ਼ਿੰਗ ਗੁੱਡਸ ਇਜ਼ ਕਾਲਡ ਪਰਚੇਜ਼। ਪਰਚੇਜ਼ ਕੀ ਹੁੰਦੀ ਆ? ਵੀ ਉਹ ਚੀਜ਼ ਜਿਹੜੀ ਕਿ ਅਸੀਂ ਕੋਈ ਵੀ ਰॉ ਮਟੀਰੀਅਲ ਸਾਡਾ ਬਚ ਜਾਂਦਾ ਵਾ ਅਤੇ ਅਸੀਂ ਉਹ ਤੋਂ ਇੱਕ ਪ੍ਰੋਡਕਸ਼ਨ ਕਰ ਲੈਂਦੇ ਹਾਂ ਅਤੇ ਉਹ ਤੋਂ ਕੀ ਆ ਫਿਨਿਸ਼ਿੰਗ ਗੁੱਡਸ ਬਣਾ ਲੈਂਦੇ ਹਾਂ ਤਾਂ ਉਹਨੂੰ ਅਸੀਂ ਕਹਿੰਦੇ ਹਾਂ ਪਰਚੇਜ਼ ਕਿਹਾ ਜਾਂਦਾ ਵਾ। ਵੀ ਸਾਡੇ ਕੋਲ ਕੱਚਾ ਮਾਲ ਆਏਗਾ ਅਤੇ ਉਹਨੂੰ ਅਸੀਂ ਯੂਜ਼ ਕਰਾਂਗੇ ਅਤੇ ਉਹਨੂੰ ਯੂਜ਼ ਕਰਕੇ ਇੱਕ ਨਵੀਂ ਚੀਜ਼ ਬਣਾ ਲਾਂਗੇ ਤਾਂ ਉਹਨੂੰ ਅਸੀਂ ਕਹਿੰਦੇ ਹਾਂ ਫਿਨਿਸ਼ਿੰਗ ਗੁੱਡਸ ਕਹਿ ਦਿੰਦੇ ਹਾਂ ਅਤੇ ਉਹ ਸਾਡੀ ਕੀ ਬਣੇਗੀ? ਪਰਚੇਜ਼ ਬਣ ਜਾਏਗੀ। ਸੇਲ ਕੀ ਹੁੰਦਾ ਬਾਈ? ਸੇਲ ਫॉर ਅ ਸੇਲ ਦੀ ਫਿਨਿਸ਼ਡ ਗੁੱਡਸ in the terms of the sale is used. It may be a cash sale or a credit sale when the assets is sold off to the assets account is credit is not to be a sales account। ਵੀ ਜਿਹੜਾ ਸੇਲਸ ਕੀ ਹੁੰਦੀ ਆ ਉਹ ਕੀ ਹੁੰਦੀ ਆ? ਜਿਹੜੀ ਚੀਜ਼ ਅਸੀਂ ਬਣਾ ਲਈ ਅਤੇ ਉਹਨੂੰ ਬਾਅਦ ਵਿੱਚ ਅਸੀਂ ਕੀ ਆ ਮਾਰਕੀਟ ਦੇ ਵਿੱਚ ਵੇਚਣ ਚਲੇ ਗਏ, ਉਹਨੂੰ ਅਸੀਂ ਕਹਿੰਦੇ ਹਾਂ ਸੇਲ। ਸੇਲ ਜਿਹੜੇ ਹੁੰਦੇ ਦੋ ਤਰ੍ਹਾਂ ਦੇ ਹੁੰਦੇ, ਕੈਸ਼ ਸੇਲ ਹੁੰਦੀ ਹੈ, ਕ੍ਰੈਡਿਟ ਸੇਲ ਹੁੰਦੀ ਹੈ। ਕੈਸ਼ ਸੇਲ ਕਿਹੜੀ ਹੁੰਦੀ ਆ? ਵੀ ਅਸੀਂ ਨਾਲ ਦੀ ਨਾਲ ਸੇਲ ਕੀਤੀ, ਸਾਨੂੰ ਪੈਸੇ ਮਿਲ ਗਏ। ਕ੍ਰੈਡਿਟ ਸੇਲ ਕਿਹੜੀ ਆ? ਉਧਾਰ ਦੇ ਉੱਤੇ ਵੇਚਣਾ। ਤਾਂ ਇਹ ਕਦੇ ਵੀ ਸਾਡੀ ਕੋਈ ਐਸਟ, ਇਹ ਸਾਡੀ ਜਦੋਂ ਅਸੀਂ ਕੋਈ ਵੀ ਚੀਜ਼ ਵੇਚ ਦਿੰਦੇ ਹਾਂ ਤਾਂ ਇਹ ਸਾਡੀ ਕੀ ਹੈ? ਇੱਕ ਸੰਪੱਤੀ ਬਣ ਜਾਂਦੀ ਹੈ, ਕਿਉਂਕਿ ਉਹ ਤੋਂ ਸਾਨੂੰ ਪੈਸਾ ਰਾਈਜ਼ ਹੋ ਜਾਂਦਾ। ਪੈਸਾ ਸਾਡਾ ਕੀ ਹੁੰਦਾ? ਇੱਕ ਸੰਪੱਤੀ ਬਣ ਜਾਂਦੀ ਹੈ। ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਨੈਕਸਟ ਹੈ ਕਾਸਟ। ਦੀ ਅਮਾਊਂਟ ਸਪੈਂਡ ਫॉर ਟੂ ਦੀ ਪਰਚੇਜ਼ ਆਫ ਗੁੱਡਸ ਐਂਡ ਸਰਵਿਸਿਜ਼ ਇਜ਼ ਕਾਲਡ ਕਾਸਟ। ਕਾਸਟ ਕੀ ਹੁੰਦਾ ਵਾ? ਕੋਈ ਵੀ ਚੀਜ਼ ਨੂੰ ਖਰੀਦਣਾ ਜਾਂ ਕੋਈ ਸਰਵਿਸ ਨੂੰ ਖਰੀਦ ਲੈਣਾ, ਜਿਹੜਾ ਉੱਤੇ ਖਰਚਾ ਪੈਂਦਾ ਉਹਨੂੰ ਅਸੀਂ ਕਹਿ ਦਿੰਦੇ ਹਾਂ ਕਾਸਟ ਕਿਹਾ ਜਾਂਦਾ ਵਾ।
ਨੈਕਸਟ ਹੈ ਸਾਡਾ ਵਾਊਚਰ the document prepared for the purpose of to the recording business transaction in the books of accounts is known as to the voucher। ਵਾਊਚਰ ਕੀ ਹੁੰਦਾ ਵਾ ਵੀ ਕੋਈ ਵੀ ਡਾਕੂਮੈਂਟ ਜਿਹੜਾ ਕਿ ਅਸੀਂ ਬਿਜ਼ਨਸ ਦੇ ਵਿੱਚ ਜਿਹੜੀਆਂ ਟ੍ਰਾਂਜੈਕਸ਼ਨਾਂ ਕੀਤੀਆਂ ਹੁੰਦੀਆਂ ਨੇ ਉਹਦੇ ਰਿਲੇਟਡ ਜਿਹੜੀ ਸਾਨੂੰ ਇੱਕ ਟ੍ਰਾਂਜੈਕਸ਼ਨ ਦੇ ਰਿਲੇਟਡ ਇੱਕ ਜਿਹੜੀ ਪਰਚੀ ਮਿਲਦੀ ਆ ਉਹਨੂੰ ਅਸੀਂ ਕਹਿੰਦੇ ਹਾਂ ਵਾਊਚਰ ਕਿਹਾ ਜਾ ਸਕਦਾ। ਇਹਨੂੰ ਤੁਸੀਂ ਜੋ ਈਜ਼ੀਲੀ ਸਮਝਣਾ ਵਾ ਤਾਂ ਇਹਨੂੰ ਕੀ ਕਹਿ ਕੇ ਸਕਦੇ ਹੋ ਤੁਸੀਂ, ਇਹਨੂੰ ਤੁਸੀਂ ਕਹਿ ਦਿੰਦੇ ਜਿਹੜਾ ਸਾਨੂੰ ਬਿੱਲ ਮਿਲਦਾ ਹੁੰਦਾ ਵਾ। ਜਿਵੇਂ ਤੁਸੀਂ KFC ਦੇ ਵਿੱਚ ਚਲੇ ਜਾਓ, ਬਰਗਰ ਬਾਰ ਜਾਂ ਇਹੋ ਜਿਹੇ ਵੱਡੇ ਵੱਡੇ ਰਿਸੋਰਟਸ ਦੇ ਵਿੱਚ ਚਲੇ ਜਾਓ ਤਾਂ ਉੱਥੇ ਤੁਹਾਨੂੰ ਇੱਕ ਬਿੱਲ ਮਿਲਦਾ ਹੁੰਦਾ, ਉਹ ਇੱਕ ਕਹਿੰਦਾ ਇੱਕ ਵਾਊਚਰ ਜਿਹੜਾ ਸਾਨੂੰ ਇਹ ਦੱਸਦਾ ਹੁੰਦਾ ਕਿ ਅਸੀਂ ਕਿਹੜੀ ਟ੍ਰਾਂਜੈਕਸ਼ਨ ਕਦੋਂ ਕੀਤੀ ਅਤੇ ਸਾਨੂੰ ਉਹਦੇ ਵਿੱਚੋਂ ਕਿੰਨਾ ਘਾਟਾ ਜਾਂ ਕਿੰਨਾ ਖਰਚਾ ਪਿਆ। ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਵੇਗਾ। ਨੈਕਸਟ ਸਾਡਾ ਹੈ ਡਿਸਕਾਊਂਟ। ਡਿਸਕਾਊਂਟ ਦਾ ਤੁਹਾਨੂੰ ਪਤਾ ਹੀ ਹੋਏਗਾ ਡਿਸਕਾਊਂਟ ਕੀ ਹੁੰਦਾ ਵਾ। the reduction of to the price and payment of goods allowed by the business enterprises its customer is called discount। ਡਿਸਕਾਊਂਟ ਕੀ ਹੁੰਦਾ ਵਾ ਵੀ ਕੋਈ ਅਜਿਹਾ ਪ੍ਰਾਈਸ ਦਾ ਘਟਣਾ ਜਾਂ ਪੇਮੈਂਟ ਜਿਹੜੀ ਅਸੀਂ ਗੁੱਡਸ ਨੂੰ ਦੇ ਰਹੇ ਹਾਂ ਤਾਂ ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ, ਡਿਸਕਾਊਂਟ ਕਹਿ ਦਿੰਦੇ ਹਾਂ। ਜਿਵੇਂ ਕਿ ਵੀ ਤੁਸੀਂ ਕੋਈ ਚੀਜ਼ ਲੈਣ ਗਏ 500 ਰੁਪਏ ਦੀ ਸੀ, ਜੇ ਉਹਦੇ ਉੱਤੇ 10% ਆਫ ਸੀਗਾ ਅਤੇ ਤੁਹਾਨੂੰ ਕਿੰਨੇ ਦੀ ਮਿਲ ਗਈ, 450 ਰੁਪਏ ਦੀ ਮਿਲ ਗਈ, ਤਾਂ ਉਹ 50 ਰੁਪਏ ਤੁਹਾਡਾ ਕੀ ਆ, ਡਿਸਕਾਊਂਟ ਹੈ। ਨੈਕਸਟ ਹੈ ਐਂਟਰੀ। when the transaction or events record into the books of account is called entry। ਵੀ ਜਦੋਂ ਤੁਸੀਂ ਕੀ ਆ ਵੀ ਕੋਈ ਵੀ ਟ੍ਰਾਂਜੈਕਸ਼ਨ ਕੀਤੀ ਅਤੇ ਉਸ ਤੋਂ ਬਾਅਦ ਉਹ ਬੁੱਕਸ ਦੇ ਵਿੱਚ ਅਸੀਂ ਰਿਕਾਰਡ ਕਰ ਲਈ ਤਾਂ ਉਹਨੂੰ ਅਸੀਂ ਕੀ ਕਹਿੰਦੇ ਹਾਂ, ਐਂਟਰੀ ਕਹਿ ਦਿੰਦੇ ਹਾਂ। ਤਾਂ ਹੁਣ ਜਿਹੜਾ ਤੁਹਾਨੂੰ ਡਿਸਕਾਊਂਟ ਆ ਉਹ ਦੱਸਿਆ ਜਾ ਰਿਹਾ। ਡਿਸਕਾਊਂਟ ਕਿੰਨੇ ਤਰ੍ਹਾਂ ਦਾ ਹੁੰਦਾ, 2 ਤਰ੍ਹਾਂ ਦਾ ਹੁੰਦਾ। ਕੈਸ਼ ਡਿਸਕਾਊਂਟ ਵੀ ਜਦੋਂ ਤੁਸੀਂ ਚੀਜ਼ ਵੇਚਣ ਗਏ ਅਤੇ ਸਿੱਧਾ ਕੈਸ਼ ਦੇਣ ਲੱਗੇ ਤਾਂ ਉਹ ਬੰਦਾ ਕਹਿੰਦਾ ਚਲੋ 10 ਰੁਪਏ ਤੁਸੀਂ ਐਕਸਟਰਾ ਡਿਸਕਾਊਂਟ ਮਿਲ ਰਿਹਾ ਵਾ ਕਿਉਂਕਿ ਤੁਸੀਂ ਕੈਸ਼ ਪੇਮੈਂਟ ਕਰ ਰਹੇ ਹੋ, ਤਾਂ ਉਹਨੂੰ ਕੀ ਕਿਹਾ ਜਾਂਦਾ, ਕੈਸ਼ ਡਿਸਕਾਊਂਟ ਕਿਹਾ ਜਾਂਦਾ। ਟ੍ਰੇਡ ਡਿਸਕਾਊਂਟ ਉਹਨਾਂ ਨੂੰ ਹੀ ਮਿਲਦਾ ਵਾ ਜਿਹੜੇ ਕਿ ਕੀ ਹੁੰਦੇ ਆ, ਸ਼ਾਪਕੀਪਰ ਹੁੰਦੇ ਆ। ਸ਼ਾਪਕੀਪਰ ਤੋਂ ਇਲਾਵਾ ਨੋਰਮਲ ਪਰਸਨ ਨੂੰ ਇਹ ਟ੍ਰੇਡ ਡਿਸਕਾਊਂਟ ਨਹੀਂ ਮਿਲਦਾ। ਇਹ ਉਹ ਬੰਦਿਆਂ ਨੂੰ ਮਿਲਦਾ ਵਾ ਜਿਹੜਾ ਕਿ ਸੇਲ ਪਰਚੇਸ ਕਰਦੇ ਆ ਬਲਕ ਦੇ ਵਿੱਚ। ਬਲਕਸ ਦਾ ਮਤਲਬ ਕੀ ਹੁੰਦਾ, ਬਹੁਤ ਜ਼ਿਆਦਾ, ਠੀਕ ਹੈ ਜੀ, ਬਹੁਤ ਜ਼ਿਆਦਾ ਪੈਸਿਆਂ ਦੇ ਵਿੱਚ ਉਸ ਚੀਜ਼ ਨੂੰ ਖਰੀਦਣਾ, ਤਾਂ ਉਹਨੂੰ ਅਸੀਂ ਕਹਿ ਦਿੰਦੇ ਹਾਂ, ਟ੍ਰੇਡ ਡਿਸਕਾਊਂਟ ਕਹਿ ਦਿੰਦੇ ਹਾਂ। ਨੈਕਸਟ ਹੈ ਸਾਡਾ ਇਹੀ ਸੀ ਅੱਜ ਦਾ ਸਾਡਾ ਸੈਸ਼ਨ ਜਿਹਦੇ ਵਿੱਚ ਅਸੀਂ ਅੱਜ ਗੱਲ ਕੀਤੀਆਂ ਨੇ ਨੈਕਸਟ ਜਿਹੜੀਆਂ ਟਰਮਸ ਸੀਗੀਆਂ ਉਹਨਾਂ ਦੇ ਬਾਰੇ। ਆਈ ਹੋਪ ਤੁਹਾਨੂੰ ਇਹ ਸੈਸ਼ਨ ਜਿਹੜਾ ਵਾ ਵਧੀਆ ਲੱਗਿਆ ਹੋਵੇਗਾ। ਅਸੀਂ ਇਹਦੇ ਵਿੱਚ ਜਿਹੜੀਆਂ ਗੱਲਾਂ ਕੀਤੀਆਂ, ਤੁਹਾਨੂੰ ਜੇ ਇਹਨਾਂ ਵਿੱਚੋਂ ਕਿਸੇ ਚੀਜ਼ ਦੇ ਵਿੱਚ ਵੀ ਪ੍ਰੋਬਲਮ ਆ ਤਾਂ ਮੇਰੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ ਅਤੇ ਤਾਂ ਜੋ ਅਸੀਂ ਨੈਕਸਟ ਵੀਡੀਓ ਦੇ ਵਿੱਚ ਉਸ ਚੀਜ਼ ਨੂੰ ਸੌਰਟ ਆਊਟ ਕਰ ਸਕੀਏ। ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਚੈਨਲ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਏਗਾ ਹੁਣ ਦਾ, ਜਸਟ ਡੂ ਇਟ ਫॉर ਅ ਬ੍ਰਾਈਟ ਫਿਊਚਰ। ਇਹਨੂੰ ਸਬਸਕ੍ਰਾਈਬ ਕਰੋ, ਇਹਦੇ ਬੈਲ ਆਈਕਨ ਨੂੰ ਦਬਾਓ ਅਤੇ ਮੇਰੇ ਨਾਲ ਜੁੜੋ। ਅਤੇ ਇੱਕ ਮੇਰਾ ਜਿਹੜਾ ਫੇਸਬੁੱਕ ਦੇ ਉੱਤੇ ਮੈਂ ਇੱਕ ਪੇਜ ਬਣਾਇਆ ਵਾ, ਉਹਦਾ ਨਾਮ ਹੈ FB ਦੇ ਉੱਤੇ ਹੈ ਸੁਰਿੰਦਰ ਕੁਮਾਰ, ਤਾਂ ਤੁਸੀਂ ਉੱਥੇ ਜਾ ਕੇ ਵੀ ਫੋਲੋ ਕਰ ਸਕਦੇ ਹੋ। ਮੇਰੀਆਂ ਜਿਹੜੀਆਂ ਹੋਰ ਵੀਡੀਓਜ਼ ਦੇ ਲਿੰਕਸ ਨੇ ਉਹ ਵੀ ਤੁਹਾਨੂੰ ਉੱਥੇ ਮਿਲ ਜਾਣਗੇ ਅਤੇ ਮੈਂ ਹੋਰ ਵੀ ਜਿਹੜਾ ਮਟੀਰੀਅਲ ਸਟੱਡੀ ਮਟੀਰੀਅਲ ਹੋਏਗਾ ਮੈਂ ਉਸ ਪੇਜ ਦੇ ਉੱਤੇ ਅਪਲੋਡ ਕਰਦਾ ਰਹਾਂਗਾ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।